ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪ ਜੀ ਦੇ ਨਾਲ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਸ਼ਾਂ ਦੇ ਜੀਵਨ ਦਾ ਭਾਗ 35ਵਾਂ ਸਾਂਝਾ ਕਰਾਂਗੇ। 1982 ਦੇ ਠੰਡ ਦੇ ਦਿਨਾਂ ਵਿੱਚ ਸੰਤ ਜੀ ਜਥੇ ਸਮੇਤ ਮਹਿਤੇ ਸਨ। ਵਿਦਿਆਲੇ ਦੀ ਉੱਪਰਲੀ ਮੰਜ਼ਿਲ ਤੇ ਦਰੀਆਂ ਵਿਛੀਆਂ ਹੋਈਆਂ ਸਨ ਅਤੇ ਇੱਥੇ ਹੀ ਸੰਤ ਆਸਣ ਲਾ ਕੇ ਬੈਠੇ ਹੋਏ ਸਨ। ਆਉਣ ਜਾਣ ਵਾਲੀ ਸੰਗਤ ਨੂੰ ਇੱਥੇ ਹੀ ਮਿਲ ਰਹੇ ਸਨ ਮਹਾਂਪੁਰਸ਼। दिन वेले एक चंगा रिष्ट पुष्ट रोब सो बाला अधखड़ जही उम्र का व्यक्ति गुरुद्वारा गुरदर्शन प्रकाश मेहता के मुख गेट पर पहुँचा ਅਤੇ ਉੱਥੇ ਖੜੇ ਪਹਿਰੇਦਾਰ ਨੂੰ ਪੁੱਛਿਆ ਕਿ ਮੈਂ ਸੰਤਾਂ ਨੂੰ ਮਿਲਣਾ ਹੈ। ਉਸਨੇ ਕਿਹਾ ਕਿ ਥੱਲੇ 7 ਨੰਬਰ ਕਮਰੇ ਦੇ ਵਿੱਚ ਜਥੇ ਦਾ ਦਫ਼ਤਰ ਹੈ, ਉੱਥੇ ਬੈਠ ਕੇ ਜਲ ਪਾਣੀ ਛਕੋ, ਤਦ ਤੱਕ ਅਸੀਂ ਸੰਤਾਂ ਨੂੰ ਪੁੱਛ ਕੇ ਤੁਹਾਨੂੰ ਉਹਨਾਂ ਦੇ ਨਾਲ ਮਿਲਾ ਦੇਵਾਂਗੇ। ਜਾਨੂ ਭਾਈ ਮੋਹਕਮ ਸਿੰਘ ਸੰਤਾਂ ਕੋਲੋਂ ਥੱਲੇ ਆਇਆ ਤਾਂ ਪਹਿਰੇ ਤੇ ਖੜੇ ਸਿੰਘਾਂ ਨੇ ਦੱਸਿਆ ਕਿ 7 ਨੰਬਰ ਕਮਰੇ ਦੇ ਵਿੱਚ ਇੱਕ ਆਦਮੀ ਬੈਠਾ ਹੈ, ਉਹ ਸੰਤਾਂ ਨੂੰ ਮਿਲਣਾ ਚਾਹੁੰਦਾ ਹੈ। ਭਾਈ ਮੋਹਕਮ ਸਿੰਘ ਉਸ ਨੂੰ ਮਿਲੇ ਅਤੇ ਉਹ ਆਪਣੇ ਨਾਲ ਉਸ ਨੂੰ ਸੰਤਾਂ ਦੇ ਕੋਲ ਲੈ ਗਏ। ਪੌੜੀਆਂ ਚੜ੍ਹ ਕੇ ਜਦ ਉੱਪਰ ਗਏ ਤਾਂ ਉਸਨੇ ਕਿਹਾ ਕਿ ਤੁਸੀਂ ਇੱਥੇ ਰੁਕੋ, ਮੈਂ ਸੰਤਾਂ ਨੂੰ ਪੁੱਛ ਲਵਾਂ। ਉਸ ਵੇਲੇ ਹੀ ਸੰਤਾਂ ਨੇ ਇੱਧਰ ਨੂੰ ਵੇਖਿਆ ਤੇ ਕਿਹਾ ਕਿ ਆ ਜਾਓ ਭਾਈ। ਜਦੋਂ ਇਹ ਵਿਅਕਤੀ ਸੰਤਾਂ ਦੇ ਕੋਲ ਗਿਆ, ਫਤਿਹ ਬੁਲਾ ਕੇ ਕੋਲ ਬੈਠ ਗਿਆ ਤਾਂ ਸੰਤਾਂ ਨੇ ਅਚਾਨਕ ਹੀ ਕਿਹਾ ਕਿ ਅਸੀਂ ਤਾਂ ਕਈ ਦਿਨਾਂ ਤੋਂ ਤੁਹਾਨੂੰ ਉਡੀਕ ਰਹੇ ਹਾਂ, ਚੰਗਾ ਹੋਇਆ ਅੱਜ ਤੁਸੀਂ ਆ ਗਏ। ਨਾਲ ਹੀ ਭਾਈ ਮੋਹਕਮ ਸਿੰਘ ਨੂੰ ਕਿਹਾ ਕਿ ਇਹਨਾਂ ਦੇ ਲਈ ਜਲ ਪਾਣੀ ਲੈ ਕੇ ਆਵੋ। ਕੁਝ ਹੋਰ ਸਿੰਘ ਵੀ ਕੋਲ ਖੜੇ ਸਨ, ਪਰ ਇਹ ਵਿਅਕਤੀ ਹੈਰਾਨ ਸੀ ਕਿ ਮੈਂ ਸੰਤਾਂ ਨੂੰ ਕਦੇ ਮਿਲਿਆ ਨਹੀਂ, ਇਹ ਮੈਨੂੰ ਕਿਵੇਂ ਜਾਣਦੇ ਨੇ ਜਾਂ ਇਹਨਾਂ ਨੂੰ ਕੋਈ ਭੁਲੇਖਾ ਲੱਗਾ ਹੈ। ਫਿਰ ਸੰਤਾਂ ਨੇ ਕਿਹਾ, ਜਨਰਲ ਸਾਹਿਬ, ਭਾਰਤੀ ਫੌਜ ਦੇ ਵਿੱਚ ਤੁਹਾਡੀ ਬੜੀ ਘਾਲਣਾ ਹੈ, ਪਰ ਕੇਵਲ ਸਿੱਖ ਹੋਣ ਦੇ ਨਾਤੇ ਤੁਹਾਡੇ ਨਾਲ ਬੇਇਨਸਾਫੀ ਹੋਈ ਹੈ। ਅਤੇ ਨਾਲ ਹੀ ਥੋੜਾ ਮੁਸਕਰਾ ਕੇ ਕਹਿਣ ਲੱਗੇ, ਸ਼ਾਇਦ ਆਪਣੇ ਮਿਲਣ ਦਾ ਇਹੀ ਸਬਬ ਬਣਨਾ ਸੀ। ਸੰਤਾਂ ਕੋਲੋਂ ਇਹ ਬਚਨ ਸੁਣ ਕੇ ਉਸ ਦਾ ਭੁਲੇਖਾ ਨਿਕਲ ਗਿਆ ਕਿ ਸੰਤ ਜੀ ਮੇਰੇ ਬਾਰੇ ਕੋਈ ਭੁਲੇਖਾ ਰੱਖਦੇ ਹਨ ਅਤੇ ਉਸ ਨੂੰ ਆਪਣੀ ਜਾਣ ਪਛਾਣ ਦੱਸਣ ਦੀ ਵੀ ਜ਼ਰੂਰਤ ਨਾ ਰਹੀ। ਫਿਰ ਸਧਾਰਨ ਗੱਲਾਂ ਬਾਤਾਂ ਹੋਈਆਂ। ਜਦੋਂ ਮੋਹਕਮ ਸਿੰਘ ਇਸ ਵਿਅਕਤੀ ਲਈ ਜਲ ਪਾਣੀ ਲੈ ਕੇ ਵਾਪਸ ਆਇਆ ਤਾਂ ਸੰਤਾਂ ਨੇ ਕਿਹਾ, ਇਹ ਸਰਦਾਰ ਜਰਨਲ ਸੁਵੇਗ ਸਿੰਘ ਜੀ ਨੇ, ਇਹਨਾਂ ਦੇ ਰਹਿਣ ਦਾ ਪ੍ਰਬੰਧ ਕਰੋ। ਇਹ ਪੱਕੇ ਤੌਰ ਤੇ ਜਥੇ ਦੇ ਵਿੱਚ ਰਹਿਣਾ ਚਾਹੁੰਦੇ ਨੇ। ਇਸ ਤਰ੍ਹਾਂ ਉਹਨਾਂ ਦੇ ਰਹਿਣ ਲਈ ਉਹਨਾਂ ਨੂੰ ਇੱਕ ਕਮਰਾ ਦੇ ਦਿੱਤਾ ਗਿਆ ਤੇ ਅੱਜ ਦੀ ਮਿਲਣੀ ਤੋਂ ਬਾਅਦ ਉਹ ਪੱਕੇ ਤੌਰ ਤੇ ਸੰਤਾਂ ਦੇ ਨਾਲ ਮਿਲ ਗਏ। ਅਸਲ ਵਿੱਚ ਇਸ 1 ਘੰਟੇ ਦੀ ਮੁਲਾਕਾਤ ਨੇ ਉਸ ਵਿਅਕਤੀ ਨੂੰ ਸੋਚਣ ਦੇ ਲਈ ਮਜਬੂਰ ਕਰ ਦਿੱਤਾ, ਜਿਸ ਨੇ ਆਪਣੀ ਯੂਨੀਵਰਸਿਟੀ ਦੀ ਪੜ੍ਹਾਈ ਵਿੱਚ ਹੀ ਛੱਡ ਕੇ ਪਾਕਿਸਤਾਨ ਦੀ ਯੂਨੀਵਰਸਿਟੀ ਵਿੱਚ ਦਾਖਲਾ ਲਿਆ। ਉੱਥੋਂ ਦੀ ਮਿਲਟਰੀ ਵਿੱਚ ਭਰਤੀ ਹੋਏ, ਉੱਥੇ ਰਹਿ ਕੇ ਮੁਕਤੀ ਬਾਹਨੀ ਸੈਨਾ ਬਣਾਈ, ਜਿਸ ਤਹਿਤ ਬੰਗਲਾਦੇਸ਼ ਆਜ਼ਾਦ ਕਰਵਾਇਆ ਗਿਆ। ਆਪਣੇ ਆਪ ਨੂੰ ਵੱਡੇ ਜੋਖਮਾਂ ਦੇ ਵਿੱਚ ਪਾ ਕੇ ਭਾਰਤ ਸਰਕਾਰ ਦੀ 1962 ਦੌਰਾਨ ਚੀਨ ਦੇ ਨਾਲ ਲੜਾਈ ਵਿੱਚ ਹੋਈ ਨਮੋਸ਼ੀ ਨੂੰ ਜਿੱਤ ਦੇ ਵਿੱਚ ਬਦਲਿਆ। ਇਸ ਜਰਨਲ ਨੇ ਵੱਡੀਆਂ ਮੱਲਾਂ ਮਾਰੀਆਂ, ਪਰ ਇੱਕ ਸਿੱਖ ਹੋਣ ਕਾਰਨ ਇਸ ਜਿੱਤ ਦਾ ਸਿਹਰਾ ਇਸ ਸਰਦਾਰ ਨੂੰ ਦੇਣ ਦੀ ਬਜਾਏ ਝੂਠੇ ਤੇ ਨਗੁਣੇ ਦੋਸ਼ ਲਾ ਕੇ ਜ਼ਬਰਦਸਤੀ ਸੇਵਾ ਮੁਕਤ ਕਰ ਦਿੱਤਾ ਗਿਆ ਅਤੇ ਇਸ ਦੀ ਬਹਾਦਰੀ ਦਾ ਤਗਮਾ ਇਹ ਦਿੱਤਾ ਗਿਆ ਕਿ ਇਸ ਦੀ ਪੈਨਸ਼ਨ ਵੀ ਬੰਦ ਕਰ ਦਿੱਤੀ ਗਈ। ਇੱਕ ਲੰਮੀ ਬਿੱਤਿਆ ਹੈ ਜੋ ਇਸ ਜਰਨਲ ਸਰਦਾਰ ਦੇ ਨਾਲ ਜੁੜੀ ਹੋਈ ਹੈ, ਪਰ ਬੜਾ ਤੇਜ਼ ਤਰਾਰ ਹੋਣਹਾਰ ਜਰਨਲ 1 ਘੰਟੇ ਦੀ ਮਿਲਣੀ ਵਿੱਚ ਹੀ ਸਮਝ ਗਿਆ ਕਿ ਇਹ ਪਿੰਡਰਾਂ ਵਾਲਾ ਸੰਤ ਕੋਈ ਸਧਾਰਨ ਵਿਅਕਤੀ ਨਹੀਂ, ਬਲਕਿ ਇਹ ਸਿੱਖਾਂ ਨੂੰ ਗੁਲਾਮੀ ਦੀ ਅਧੋਗਤੀ ਵਿੱਚੋਂ ਕੱਢਣ ਨੂੰ ਹੰਬੜਾ ਮਾਰੇਗਾ ਤੇ ਸਿੱਖਾਂ ਤੇ ਹੋ ਰਹੀਆਂ ਵਧੀਕੀਆਂ ਨੂੰ ਚੈਲੰਜ ਕਰਦਿਆਂ ਸਿੱਖ ਕੌਮ ਨੂੰ ਰੂਹ ਨੂੰ ਟੁੰਬੇਗਾ। ਇਸ ਲਈ ਮੈਨੂੰ ਆਪਣੇ ਤਜਰਬਿਆਂ ਦੀ ਯੋਗਤਾ ਦਾ ਸਾਥ ਇਸ ਸੰਤ ਦੀ ਝੋਲੀ ਵਿੱਚ ਪਾ ਦੇਣਾ ਚਾਹੀਦਾ ਹੈ। ਬਾਕੀ ਮੈਂ ਸਮਝਦਾ ਹਾਂ ਕਿ ਕੇਵਲ ਮੇਰੇ ਨਾਲ ਹੀ ਬੇਇਨਸਾਫੀ ਹੋਈ ਹੈ, ਪਰ ਇਹਨਾਂ ਸੰਤਾਂ ਨੂੰ ਮਿਲ ਕੇ ਪਤਾ ਲੱਗਾ ਹੈ ਕਿ ਸਮੁੱਚੀ ਕੌਮ ਦੇ ਨਾਲ ਸਿਰਫ ਬੇਇਨਸਾਫੀ ਹੀ ਨਹੀਂ ਬਲਕਿ ਧੱਕੇਸ਼ਾਹੀ ਹੋ ਰਹੀ ਹੈ। ਇਸ ਲਈ ਸਾਨੂੰ ਸਾਂਝੇ ਤੌਰ ਤੇ ਹਮਲਾ ਮਾਰਨ ਦੀ ਲੋੜ ਹੈ। ਸੰਤਾਂ ਨੇ ਸਵਾਬ ਕੀ ਕਿਹਾ ਸੀ, ਜਰਨਲ ਸਾਹਿਬ, ਤੁਸੀਂ ਭਾਰਤ ਦੀ ਆਜ਼ਾਦੀ ਲਈ ਵੱਡੀਆਂ ਮੱਲਾਂ ਮਾਰੀਆਂ ਹਨ, ਪਰ ਜੇ ਗੁਰੂ ਦੀਆਂ ਖੁਸ਼ੀਆਂ ਲੈਣੀਆਂ ਹਨ ਤਾਂ ਸਿੱਖਾਂ ਦੀ ਆਜ਼ਾਦੀ ਲਈ ਵੀ ਕੁਝ ਗੁਜ਼ਰਨਾ ਪਵੇਗਾ। ਬਸ ਇੱਥੋਂ ਇਹਨਾਂ ਜਰਨੈਲਾਂ ਦਾ ਮੇਲ ਹੋਇਆ ਅਤੇ ਅਖੀਰ ਤੱਕ ਨਿਭਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।